ਉਹ ਅੱਖ ਦੇ ਫੋਰ ਦੇ ਵਿੱਚ ਜੰਗਲਾ ਟੱਪਦਾ ਜਾ ਕੇ ਤਲਵਾਰ ਚੱਕ ਲੈਂਦਾ। ਜੀ ਜੇਕਰ ਉਹਨੂੰ ਮੌਕੇ ਤੇ ਸੇਵਾਦਾਰ ਕਾਬੂ ਨਾ ਕਰਦੇ ਤਾਂ ਪਤਾ ਨਹੀਂ ਉਹਨੇ ਕੀ ਘਟਨਾ ਨੂੰ ਅੰਜਾਮ ਦੇ ਦੇਣਾ ਸੀ। ਕਿਹੜੇ ਸਾਜ਼ਿਸ਼ੀ ਲੋਕ ਆ ਜਿਹੜੇ ਇਹੋ ਜਿਹੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਹੇ ਆ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਪਹੁੰਚ ਗਿਆ। ਪਹਿਲਾਂ ਤੱਕ ਕੇਸਗੜ੍ਹ ਸਾਹਿਬ, ਜੀ ਤੇ ਹੁਣ ਸੱਚਖੰਡ ਸ੍ਰੀ ਦਰਬਾਰ ਜਿਹੜਾ ਹੈਗਾ ਮਸਲੇ ਦਾ ਹੱਲ ਨਹੀਂ ਹੋ ਰਿਹਾ। ਬੇਅਦਬੀਆਂ ਨੂੰ ਜਿਹੜਾ ਰੋਕਿਆ ਠੱਲ ਨਹੀਂ ਪਾਈ ਜਾ ਸਕੀ। ਜੀ ਨਿਆਂਪਾਲਿਕਾ ਫੇਲ ਹੈ, ਸਰਕਾਰਾਂ ਫੇਲ ਨੇ, ਪੁਲਿਸ ਪ੍ਰਸ਼ਾਸਨ ਫੇਲ ਹੈ। ਸੰਗਤਾਂ 'ਚ ਰੋਸ ਹੀ ਇੰਨਾ ਹੈ ਕਿ ਕਿਸੇ ਨੇ ਇਸ ਪਾਸੇ ਤਾਂ ਧਿਆਨ ਹੀ ਨਹੀਂ ਦਿੱਤਾ ਕਿ ਇਹਨੂੰ ਵੇਖੀਏ ਤਾਂ ਸਹੀ ਵੀ ਇਹਦੇ ਪਿੱਛੇ ਸਾਜ਼ਿਸ਼ ਕੀ ਹੈ। ਉਹ ਕੋਈ ਪਾਗਲ ਤਾਂ ਹੈ ਨਹੀਂ ਹੈ, ਉਹ ਤਾਂ ਬੜੀ ਵੱਡੀ ਸਾਜ਼ਿਸ਼ ਦਾ ਹਿੱਸਾ ਵਾ ਕਿ ਉਹਨੇ ਬੇਅਦਬੀ ਦੀ ਕੋਸ਼ਿਸ਼ ਕੀਤੀ। ਪਰ ਜਿਹੜਾ ਕੋਈ ਇਸ ਤਰ੍ਹਾਂ ਦੀ ਬੇਅਦਬੀ ਕਰਦਾ ਵਾ ਉਹਦੇ ਨਾਲ ਇਸ ਤਰ੍ਹਾਂ ਖਾਲਸਾਈ ਸਿਧਾਂਤਾਂ ਅਨੁਸਾਰ ਨਿਬੜਨਾ ਮੈਂ ਸਮਝਦਾ ਵੀ ਅੱਜ ਦੇ ਸਮੇਂ 'ਚ ਜ਼ਰੂਰੀ ਹੋ ਗਿਆ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਜੋ ਦਰਬਾਰ ਸਾਹਿਬ ਦੇ ਵਿੱਚ ਘਟਨਾਕ੍ਰਮ ਹੋਈ ਆ, ਇੱਕ ਬੰਦਾ ਮਾਰਿਆ ਗਿਆ, ਕਿਹਾ ਗਿਆ ਕਿ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਕਿਹਾ ਗਿਆ ਨਹੀਂ, ਉਹ ਤਾਂ ਲਾਈਵ ਦੇਖਿਆ ਸਭ ਨੇ ਜੀ। ਉਹਦਾ ਲਾਈਵ ਟੈਲੀਕਾਸਟ ਹੋ ਰਿਹਾ ਸੀ ਦਰਬਾਰ ਸਾਹਿਬ ਤੋਂ, ਸ੍ਰੀ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀਗਾ। ਵੀਡੀਓ ਫੁਟੇਜ ਸਾਹਮਣੇ ਆ ਗਈਆਂ ਨੇ। ਇੱਕ ਨੌਜਵਾਨ ਹੈ ਸ਼ਰਧਾਲੂਆਂ ਦੀ ਤਰ੍ਹਾਂ ਖੜਾ ਹੈ, ਪਰ ਜਦੋਂ ਉਹਨੂੰ ਮੌਕਾ ਮਿਲਦਾ 1 ਸਕਿੰਟ ਦੇ ਵਿੱਚ ਉਹ ਅੱਖ ਦੇ ਫੋਰ ਦੇ ਵਿੱਚ ਜੰਗਲਾ ਟੱਪਦਾ ਜਾ ਕੇ ਤਲਵਾਰ ਚੱਕ ਲੈਂਦਾ। ਜੀ ਜੇਕਰ ਉਹਨੂੰ ਮੌਕੇ ਤੇ ਸੇਵਾਦਾਰ ਕਾਬੂ ਨਾ ਕਰਦੇ ਤਾਂ ਪਤਾ ਨਹੀਂ ਉਹਨੇ ਕੀ ਘਟਨਾ ਨੂੰ ਅੰਜਾਮ ਦੇ ਦੇਣਾ ਸੀਗਾ। ਜਿੰਨੀ ਉਹਨੇ ਕੀਤੀ ਉਹ ਵੀ ਕੋਈ ਘੱਟ ਨਹੀਂ ਹੈ, ਪਰ ਇਸ ਤੋਂ ਅਗਾਂਹ ਵੀ ਉਹਨੇ ਕੀ ਕਰ ਦੇਣਾ ਸੀ ਜੇ ਉਹਨੂੰ ਕੰਟਰੋਲ ਨਾ ਕਰਦੇ। ਇਹ ਬੇਅਦਬੀ ਕਰਨ ਦੀ ਕੋਸ਼ਿਸ਼ ਕਿਹਾ ਨਹੀਂ ਗਿਆ, ਇਹ ਲਾਈਵ ਵੇਖਿਆ ਦੁਨੀਆ ਨੇ। ਉਹਨੇ ਬੇਅਦਬੀ ਕੀਤੀ ਹੈ, ਕਰਨ ਦੀ ਕੋਸ਼ਿਸ਼ ਵੱਡੇ ਪੱਧਰ ਤੇ ਕੀਤੀ ਹੈ। ਬਹੁਤ ਹੀ ਮੰਦਭਾਗੀ ਗੱਲ ਆ, ਦੁਖਦਾਈ ਗੱਲ ਹੈ, ਇਹਦੀ ਮੈਂ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਔਰ ਮੈਂ ਹੈਰਾਨ ਆ ਕਿ ਪਤਾ ਨਹੀਂ ਕਿਹੜੇ ਸਾਜ਼ਿਸ਼ੀ ਲੋਕ ਆ ਜਿਹੜੇ ਇਹੋ ਜਿਹੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਹੇ ਆ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਪਹੁੰਚ ਗਿਆ। ਪਹਿਲਾਂ ਤੱਕ ਕੇਸਗੜ੍ਹ ਸਾਹਿਬ, ਤੇ ਹੁਣ ਸੱਚਖੰਡ ਸ੍ਰੀ ਦਰਬਾਰ ਜਿਸ ਦੇ ਅਸੀਂ ਨਿਤ ਦਰਸ਼ਨ ਇਸ਼ਨਾਨ ਮੰਗਦੇ ਹਾਂ, ਜੋ ਸਾਡੀ ਰੂਹਾਨੀਅਤ ਦਾ ਕੇਂਦਰ ਆ, ਜਿੱਥੇ ਸੰਗਤਾਂ ਰੂਹਾਨੀਅਤ ਲੈਣ, ਆਤਮਿਕ ਸ਼ਾਂਤੀ ਲੈਣ ਆਉਂਦੀਆਂ ਨੇ, ਮਨ ਦੀਆਂ ਮੁਰਾਦਾਂ ਉੱਥੋਂ ਪੂਰੀਆਂ ਹੁੰਦੀਆਂ, ਸ਼ੁਕਰਾਨਾ ਕਰਨ ਆਉਂਦੀਆਂ ਨੇ। ਉਸ ਜਗ੍ਹਾ ਦੇ ਉੱਤੇ ਬੇਅਦਬੀ ਦਾ ਜਿਹੜਾ ਹੈ ਹੌਸਲਾ ਕਰਨਾ, ਇਹ ਬਹੁਤ ਵੱਡੀ ਸਾਜ਼ਿਸ਼ ਹੈ। ਭਾਈ ਸਾਹਿਬ, ਬੰਦਾ ਪੂਰੇ ਅੰਮ੍ਰਿਤਸਰ ਸਾਹਿਬ ਨੂੰ ਲੰਘ ਆਇਆ, ਪਰਿਕਰਮਾ ਨੂੰ ਲੰਘ ਆਇਆ, ਸੰਗਤ 'ਚ ਖੜਾ, ਉਹ ਕੋਈ ਮੈਂਟਲੀ ਅਪਸੈਟ ਤਾਂ ਹੈ ਨਹੀਂ ਹੈ, ਉਹ ਕੋਈ ਪਾਗਲ ਤਾਂ ਹੈ ਨਹੀਂ ਹੈ, ਉਹ ਤਾਂ ਬੜੀ ਵੱਡੀ ਸਾਜ਼ਿਸ਼ ਦਾ ਹਿੱਸਾ ਵਾ ਕਿ ਉਹਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਹੈ। ਜੀ ਭਾਈ ਸਾਹਿਬ, ਕਾਫੀ ਲੋਕ ਇਹ ਕਹਿੰਦੇ ਕਿ ਉਹਨੂੰ ਮਾਰਨਾ ਨਹੀਂ ਸੀ ਚਾਹੀਦਾ, ਉਹਨੂੰ ਫੜ ਕੇ ਪਹਿਲਾਂ ਇਹ ਪੁੱਛਗਿੱਛ ਕਰਨੀ ਚਾਹੀਦੀ ਸੀ ਕਿ ਕਿਸ ਦੇ ਕਹਿਣ ਤੇ ਜਾਂ ਕਿਉਂ ਉਹ ਇਸ ਤਰ੍ਹਾਂ ਦੀ ਹਰਕਤ ਕਰਨ, ਜਿਹੜਾ ਏਡੇ ਪਾਵਨ ਪਵਿੱਤਰ ਸਥਾਨ ਦੇ ਉੱਪਰ ਆਇਆ, ਜਿੱਥੇ ਲੱਖਾਂ ਕਰੋੜਾਂ ਸਿੱਖਾਂ ਦੀ ਸ਼ਰਧਾ ਐਡੇ ਵੱਡੇ ਪੱਧਰ ਤੇ ਹੈਗੀ ਹੈ, ਇਸ ਸਥਾਨ ਤੇ ਕਿਉਂ ਆਇਆ? ਉਹਨੂੰ ਇਨਕੁਆਇਰੀ ਕਰਨੀ ਚਾਹੀਦੀ ਸੀ। ਸੰਗਤ ਕੁਝ ਕਹਿ ਰਹੇ ਨੇ। ਬਿਲਕੁਲ, ਮੈਂ ਤਾਂ ਕੱਲ ਤੋਂ ਹੀ ਇਹ ਗੱਲ ਕਹੀ ਕਿ ਉਹਦੀ ਪੁਨਛਾਣ ਹੋਣੀ ਚਾਹੀਦੀ ਸੀ। ਸਾਜ਼ਿਸ਼ ਦਾ ਪਤਾ ਲਾਇਆ ਜਾਣਾ ਬਹੁਤ ਜ਼ਰੂਰੀ ਸੀ, ਪਰ ਰੋਜ਼ ਹੀ ਇੰਨਾ, ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਇੰਨੀਆਂ ਵਾਪਰ ਰਹੀਆਂ ਨੇ 2015 ਤੋਂ ਲਗਾਤਾਰ, ਕਿ ਕੋਈ ਜਿਹੜਾ ਹੈਗਾ ਮਸਲੇ ਦਾ ਹੱਲ ਨਹੀਂ ਹੋ ਰਿਹਾ। ਬੇਅਦਬੀਆਂ ਨੂੰ ਜਿਹੜਾ ਰੋਕਿਆ ਠੱਲ ਨਹੀਂ ਪਾਈ ਜਾ ਸਕੀ। ਨਿਆਂਪਾਲਿਕਾ ਫੇਲ ਹੈ, ਸਰਕਾਰਾਂ ਫੇਲ ਨੇ, ਪੁਲਿਸ ਪ੍ਰਸ਼ਾਸਨ ਫੇਲ ਹੈ। ਸੰਗਤਾਂ 'ਚ ਰੋਸ ਹੀ ਇੰਨਾ ਹੈ ਕਿ ਕਿਸੇ ਨੇ ਇਸ ਪਾਸੇ ਤਾਂ ਧਿਆਨ ਹੀ ਨਹੀਂ ਦਿੱਤਾ ਕਿ ਇਹਨੂੰ ਵੇਖੀਏ ਤਾਂ ਸਹੀ ਵੀ ਇਹਦੇ ਪਿੱਛੇ ਸਾਜ਼ਿਸ਼ ਕੀ ਆ, ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਸੀ। ਪਹਿਲਾਂ ਜੇ ਉਹਨੂੰ ਸੋਧਾ ਲਾਉਣਾ ਵੀ ਆ, ਕਿਉਂਕਿ ਜਿਹੜਾ ਇੰਨੀ ਬੇਅਦਬੀ ਕਰਦਾ ਉਹ ਸੋਧਾ ਲਾਉਣ ਤੋਂ ਘੱਟ ਤਾਂ ਉਹਨੂੰ ਛੱਡਿਆ ਵੀ ਨਹੀਂ ਜਾ ਸਕਦਾ। ਪਹਿਲਾਂ ਫੜ ਕੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਆ, ਉਹਨਾਂ ਨੂੰ ਮੈਂਟਲੀ ਅਪਸੈਟ ਕਹਿ ਕੇ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ। ਤਾਂ ਸੋਧਾ ਲਾਉਣ ਤੋਂ ਪਹਿਲਾਂ ਉਹਨੂੰ ਜ਼ਰੂਰ ਪੁੱਛਿਆ ਜਾਂਦਾ। ਹੋ ਸਕਦਾ ਜਿਹੜੇ ਸਿੰਘਾਂ ਨੇ ਉਹਨੂੰ ਕੁੱਟਮਾਰ ਕੀਤੀ ਮੌਕੇ ਤੇ ਉਹਨਾਂ ਕੋਲ ਕੋਈ ਰਿਕਾਰਡਿੰਗ ਹੋਵੇ ਜਾਂ ਉਹਨਾਂ ਨੇ ਪੁੱਛਿਆ ਹੋਵੇ। ਜੇ ਨਹੀਂ ਤਾਂ ਇਹ ਪੁੱਛਣਾ ਬਹੁਤ ਜ਼ਰੂਰੀ ਸੀ, ਇਹ ਸਾਜ਼ਿਸ਼ ਦਾ ਹਿੱਸਾ, ਕਿਉਂਕਿ ਉਹਦੇ ਮਰਨ ਦੇ ਨਾਲ ਸਾਰੀ ਗੱਲ ਜਿਹੜੀ ਆ ਉਹ ਖਤਮ ਹੋ ਗਈ। ਪਰ ਉਹਦੇ ਪਿੱਛੇ ਸਾਜ਼ਿਸ਼ ਜਿਹੜੀ ਆ, ਹਾਂ, ਜਿਹਦੇ ਨਾਲ ਉਹ ਹੈ ਇੰਨਾ ਕੁ ਹੈ ਹੁਣ ਪੁਲਿਸ ਪ੍ਰਸ਼ਾਸਨ ਕੋਲੇ, ਜੇ ਉਹ ਕੱਢਣਾ ਚਾਹੁਣ ਵੀ ਉਹ ਕਿਹਦੇ ਨਾਲ ਆਇਆ ਸੀ, ਕਿੱਥੋਂ ਐਂਟਰ ਹੋਇਆ, CCTV ਕੈਮਰੇ ਸਾਰਾ ਕੁਝ ਦਰਬਾਰ ਸਾਹਿਬ ਦੇ ਵਿੱਚ ਲੱਗਾ ਹੋਇਆ, ਤਾਂ ਪਤਾ ਲਾਇਆ ਜਾ ਸਕਦਾ ਉਹਦੇ ਨਾਲ ਵਾਲਿਆਂ ਤੋਂ ਕਿ ਉਹਦੇ ਨਾਲ ਕੌਣ ਸੀ, ਕਿਹਦੇ ਨਾਲ ਉਹ ਆਇਆ ਸੀ, ਕਦੋਂ ਆਇਆ ਸੀ,
ਤਾਂ ਸਾਜ਼ਿਸ਼ ਦਾ ਪਤਾ ਲਾਉਣਾ ਬਹੁਤ ਜ਼ਰੂਰੀ ਹੈ ਕਿ ਇਹ ਸਾਜ਼ਿਸ਼ ਦੇ ਪਿੱਛੇ ਹੱਥ ਕਿਸ ਦਾ। ਸੋਧਾ ਲਾਉਣਾ ਵੀ ਚਲੋ ਖਾਲਸਾਈ ਸਿਧਾਂਤਾਂ ਅਨੁਸਾਰ ਜੀ। ਜ਼ਰੂਰੀ ਸੀਗਾ, ਕਿਉਂਕਿ ਹੁਣ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਜਿੰਨੇ ਫੜ ਕੇ ਪ੍ਰਸ਼ਾਸਨ ਨੂੰ ਫੜਾਏ ਆ ਹੂੰ। ਉਹ ਇੱਕ ਦੋ ਦਿਨਾਂ ਬਾਅਦ ਰਿਹਾ ਕਰ ਦਿੱਤੇ ਜੀ। ਜਾਂਦੇ ਆ। ਇਸ ਆਖਰ ਚੀਜ਼ ਦਾ ਇਹ ਬਹੁਤ ਜ਼ਰੂਰੀ ਜੀ ਸੀਗਾ, ਸਾਜ਼ਿਸ਼ ਦਾ ਪਤਾ ਲਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਆਖਰ ਭਾਈ ਸਾਹਿਬ ਅਣਗਹਿਲੀ ਕਿੱਥੇ ਹੋ ਰਹੀ ਹੈ? ਕੁਝ ਦਿਨ ਪਹਿਲਾਂ ਵੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੀ ਬੇਅਦਬੀ ਦਰਬਾਰ ਸਾਹਿਬ ਦੇ ਵਿੱਚ ਹੋ ਜਾਂਦੀ ਆ। ਫਿਰ ਕੱਲ ਇੱਕ ਦੋਖੀ ਦਾ ਇਸ ਤਰ੍ਹਾਂ ਜੰਗਲਾ ਟੱਪ ਕੇ ਸ਼ਸਤਰਾਂ ਦੇ ਕੋਲ ਪਹੁੰਚ ਜਾਣਾ। ਆਖਰ ਅਣਗਹਿਲੀ ਕਿੱਥੇ ਹੋ ਰਹੀ ਹੈ ਕਿ ਲਗਾਤਾਰ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ, ਇੰਨੇ ਸੇਵਾਦਾਰ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦਰਬਾਰ ਸਾਹਿਬ ਵਰਗੀ ਪਵਿੱਤਰ ਜਗ੍ਹਾ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 2 ਹੋ ਜਾਂਦੀਆਂ ਨੇ। ਦੇਖੋ, ਜਿੱਥੇ ਗੱਲ ਸਿਕਿਉਰਿਟੀ ਦੀ ਹੁੰਦੀ ਆ, ਬਹੁਤ ਜਗ੍ਹਾ ਜਿਹੜਾ ਪ੍ਰਬੰਧ ਆ, ਜੈਡ ਸਿਕਿਉਰਿਟੀਆਂ ਦੇ ਵਿੱਚ ਵੀ ਘਟਨਾਵਾਂ ਹੋ ਜਾਂਦੀਆਂ ਨੇ, ਹਨਾ। ਹੂੰ। ਜੈਡ ਸਿਕਿਉਰਿਟੀਆਂ ਦੇਖਦੇ ਆ ਤੁਸੀਂ, ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਟੁੱਟ ਗਈ ਜੀ, ਹੋਮ ਮਿਨਿਸਟਰ ਦੀ ਟੁੱਟ ਗਈ ਜੀ, ਮੁੱਖ ਮੰਤਰੀ ਦੀ ਸਿਕਿਉਰਿਟੀ ਜਿਹੜੀ ਬ੍ਰੇਕ ਹੋ ਗਈ ਹੈ ਨਾ। ਹੂੰ। ਤੇ ਇਸੇ ਤਰ੍ਹਾਂ ਜਿਹੜੀਆਂ ਜਦੋਂ ਦੁਨਿਆਵੀ ਤੌਰ ਤੇ ਇੰਨੀਆਂ ਜਿਹੜੀਆਂ ਸਿਕਿਉਰਿਟੀਆਂ ਟੈਟ, ਜਿਹੜੀਆਂ ਸਿਕਿਉਰਿਟੀਆਂ ਜੈਡ ਸਿਕਿਉਰਿਟੀਆਂ ਉਹ ਵੀ ਬ੍ਰੇਕ ਹੋ ਜਾਂਦੀਆਂ। ਤੇ ਦਰਬਾਰ ਸਾਹਿਬ 'ਚ ਤਾਂ ਅਸੀਂ ਇਹ ਸੋਚ ਵੀ ਨਹੀਂ ਸਕਦੇ ਕਿ ਕੋਈ ਬੰਦਾ ਇਸ ਭਾਵਨਾ ਦੇ ਨਾਲ ਇੱਥੇ ਆ ਰਿਹਾ ਕਿ ਉਹ ਬੇਅਦਬੀ ਕਰਨ ਵਾਸਤੇ। ਹੂੰ। ਸਾਨੂੰ ਤੇ ਸਾਰੇ ਸ਼ਰਧਾਲੂ ਲੱਗਦੇ ਆ ਨਾ, ਕਿਸੇ ਦੇ ਮੱਥੇ ਤੇ ਥੋੜੀ ਲਿਖਿਆ ਕਿ ਬੇਅਦਬੀ ਕਰਨ ਵਾਸਤੇ ਆ ਰਿਹਾ। ਹੂੰ। ਪਰ ਫਿਰ ਵੀ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਕੇ ਤੇ ਮੁਲਾਜ਼ਮ ਸੀਗੇ, ਹੂੰ। ਉਹਨਾਂ ਨੂੰ ਇਸ ਗੱਲ ਦੀ ਵਧਾਈ ਕਿ ਉਹਨਾਂ ਮੌਕੇ ਤੇ ਫੜ ਲਿਆ, ਉਹਨੂੰ ਕਾਬੂ ਕਰ ਲਿਆ ਇੱਕਦਮ। ਦਰਬਾਰ ਸਾਹਿਬ ਦੇ ਵਿੱਚ ਜਿਹੜਾ ਰਹਿਰਾਸ ਸਾਹਿਬ ਕਰ ਰਹੇ ਸੀਗੇ ਸਿੰਘ ਸਾਹਿਬ, ਉਹਨਾਂ ਦੇ ਕੋਲ ਜਿਹੜਾ ਸਿੰਘ ਬੈਠਾ ਸੀ, ਉਹਨੇ ਇੱਕਦਮ ਉੱਠ ਕੇ ਉਹਨੂੰ ਜਿਹੜਾ ਕਲਾਵਾ ਭਰ ਲਿਆ। ਹੋਰ ਸਿੰਘਾਂ ਨੇ ਵੀ ਮੌਕੇ ਤੇ ਉਹਨੂੰ ਕਾਬੂ ਕਰ ਲਿਆ। ਜੇਕਰ ਨਾ ਕਰਦੇ, ਪਤਾ ਨਹੀਂ ਉਹ ਕਿੱਡੀ ਵੱਡੀ ਘਟਨਾ ਨੂੰ ਹੋਰ ਅੰਜਾਮ ਦੇ ਸਕਦਾ ਹੈ, ਜਿਵੇਂ ਉਹਨੇ ਤਲਵਾਰ ਫੜੀ ਸੀਗੀ ਜਾ ਕੇ ਸ੍ਰੀ ਸਾਹਿਬ ਗੁਰੂ ਸਾਹਿਬ ਦੇ ਅੱਗੋਂ। ਸੋ ਮੈਂ ਤਾਂ ਸਗੋਂ ਇਸ ਗੱਲ ਨੂੰ ਕਹਿਣਾ ਕਿ ਉਹਨਾਂ ਮੌਕੇ ਤੇ ਕਾਬੂ ਕਰ ਲਿਆ। ਬਾਕੀ ਜਿਹੜਾ ਹੈਗਾ ਪ੍ਰਬੰਧ ਆ, ਇਹ ਤਾਂ ਸੋਚਿਆ ਹੀ ਨਹੀਂ ਜਾ ਸਕਦਾ ਨਾ ਵੀ ਕੋਈ ਇੱਥੇ ਬੇਅਦਬੀ ਕਰਨ ਵਾਸਤੇ ਆ ਰਿਹਾ। ਜਿੰਨੀਆਂ ਮਰਜ਼ੀ ਸਿਕਿਉਰਿਟੀਆਂ ਆਪਾਂ ਕਰ ਲਈਏ, ਜਿੰਨੇ ਮਰਜ਼ੀ ਪ੍ਰਬੰਧ ਕਰ ਲਈਏ, ਪਰ ਜਿਹੜੇ ਬ੍ਰੇਕ ਕਰਨ ਵਾਲੇ ਉਹ ਤਾਂ ਪਲਕ ਝਮਕਦੇ ਕੋਈ ਨਾ ਕੋਈ ਐਸੀ ਘਟਨਾ ਨੂੰ ਅੰਜਾਮ ਦੇ ਦਿੰਦੇ। ਫਿਰ ਵੀ ਸਾਨੂੰ ਪਹਿਰੇਦਾਰੀ ਜਿਹੜੀ ਆ ਹੋਰ ਸੁਚੇਤ ਹੋਣਾ ਚਾਹੀਦਾ, ਜੀ। ਸਾਵਧਾਨ ਹੋਣਾ ਚਾਹੀਦਾ। ਜੀ। ਜਿੱਥੇ ਨਹੀਂ ਆ ਪੂਰੇ ਸੰਸਾਰ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਪਹਿਰੇਦਾਰੀ, ਉੱਥੇ ਵੀ ਪ੍ਰਬੰਧ ਪਹਿਰੇਦਾਰੀ ਜਿਹੜੀ ਆ ਉਹ ਜ਼ਰੂਰ ਕਰਨੀ ਚਾਹੀਦੀ। ਭਾਈ ਸਾਹਿਬ ਤੁਸੀਂ ਕਹਿੰਦੇ ਹੋ ਸਿੱਖ ਰੀਤੀ ਰਿਵਾਜਾਂ ਅਨੁਸਾਰ ਉਹਨੂੰ ਸਜ਼ਾ ਦੇ ਦਿੱਤੀ ਗਈ ਆ। ਤੁਹਾਨੂੰ ਨਹੀਂ ਲੱਗਦਾ ਕਿ ਇਸ ਘਟਨਾ ਦੇ ਨਾਲ ਜੇਕਰ ਕੱਲ ਨੂੰ ਕੋਈ ਬੇਕਸੂਰ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਧੱਕੇ ਚੜ ਜਾਂਦਾ ਤਾਂ ਹੋ ਸਕਦਾ ਕੋਈ ਬੇਕਸੂਰ ਦੇ ਖੂਨ ਨਾਲ ਵੀ ਕੱਲ ਨੂੰ ਸੰਗਤ ਰੋਹ ਦੇ ਵਿੱਚ ਆ ਕੇ ਜਿਹੜੇ ਆਪਣੇ ਖੂਨ ਨਾਲ ਹੱਥ ਰੰਗ ਸਕਦੀ ਆ, ਕੋਈ ਬੇਕਸੂਰ ਵੀ ਜਿਹੜਾ ਮਾਰਿਆ ਜਾ ਸਕਦਾ। ਇਸ ਤਰ੍ਹਾਂ ਦੀ ਘਟਨਾ ਨਾਲ ਹੱਲਾਸ਼ੇਰੀ ਮਿਲ ਸਕਦੀ ਆ। ਕਿਸੇ ਦਾ ਦਿਮਾਗ ਥੋੜੀ ਫਿਰਿਆ ਜੀ ਸੰਸਾਰਦੀਪ ਸਿੰਘ ਜੀ। ਦੇਖੋ, ਜਦੋਂ ਕੋਈ ਘਟਨਾ ਹੁੰਦੀ, ਅੱਖਾਂ ਦੇ ਸਾਹਮਣੇ ਸਾਰਾ ਕੁਝ ਸੀਗਾ, ਹੂੰ। ਹੂੰ। ਸਾਰਾ ਵੀਡੀਓ ਲਾਈਵ ਚੱਲ ਰਿਹਾ ਸਾਰਾ ਕੁਝ। ਇਹ ਕੋਈ ਨਹੀਂ, ਬੇਕਸੂਰ ਇਹ ਵਾਲੀ ਤਾਂ ਗੱਲ ਇਹ ਤਾਂ ਥੋੜੀ। ਚਲੋ ਪ੍ਰੂਫ ਸੀਗਾ। ਕੱਲ ਨੂੰ ਹੋ ਸਕਦਾ ਕੋਈ ਨਿੱਜੀ ਰੰਜਿਸ਼ ਕੱਢਣ ਲਈ ਵੀ ਬੇਅਦਬੀ ਦਾ ਇਹੋ ਜਿਹਾ ਨਹੀਂ ਰੂਪ ਹੋਣਾ ਜਿਹੜਾ। ਚਾਹੀਦਾ, ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜੀ। ਕਿ ਕੋਈ ਨਿੱਜੀ ਰੰਜਿਸ਼ ਕੱਢਣ ਵਾਸਤੇ ਜਾਂ ਆਪਸੀ ਗਿਲੇ ਸ਼ਿਕਵੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਰੇ। ਨਾ ਹੀ ਮੇਰੇ ਖਿਆਲ ਨਾਲ ਕੋਈ ਇਸ ਤਰ੍ਹਾਂ ਦਾ ਕਰੇਗਾ, ਜੀ। ਨਾ ਹੀ ਕਿਸੇ ਨੂੰ ਕਰਨਾ ਚਾਹੀਦਾ। ਜੀ। ਪਰ ਜਿਹੜਾ ਕੋਈ ਇਸ ਤਰ੍ਹਾਂ ਦੀ ਬੇਅਦਬੀ ਕਰਦਾ ਵਾ, ਉਹਦੇ ਨਾਲ ਇਸ ਤਰ੍ਹਾਂ ਖਾਲਸਾਈ ਸਿਧਾਂਤਾਂ ਅਨੁਸਾਰ ਨਿਬੜਨਾ ਮੈਂ ਸਮਝਦਾ ਵੀ ਇਹ ਅੱਜ ਦੇ ਸਮੇਂ 'ਚ ਜ਼ਰੂਰੀ ਹੋ ਗਿਆ, ਕਿਉਂਕਿ ਬਹੁਤ ਕੁਝ ਜਿਹੜਾ ਹੈਗਾ ਪਿਛਲੇ ਸਮੇਂ 'ਚ ਹੋਇਆ ਤੇ ਉਹਦੇ 'ਚ ਸਾਨੂੰ ਨਿਰਾਸ਼ਤਾ ਹੀ ਪੱਲੇ ਪਈ ਆ। ਜੀ। ਤਾਂ ਕਰਕੇ ਸੰਗਤਾਂ 'ਚ ਰੋਹ ਇੰਨਾ, ਰੋਸ ਇੰਨਾ ਕਿ ਉਹਨਾਂ ਨੇ ਮੌਕੇ ਤੇ ਹੀ ਜਿਹੜਾ ਸੀਗਾ ਫਿਰ ਆਪ ਹੀ ਫੈਸਲਾ ਕਰ ਜੀ। ਦਿੱਤਾ। ਭਾਈ ਸਾਹਿਬ ਤੁਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੇ ਬੈਠੇ ਹੋ, ਪਰ ਹੁਣ ਜਦੋਂ ਉਹਨਾਂ ਨੇ ਜਿਹੜੇ ਸਿੰਘਾਂ ਨੇ ਇਹ ਕਾਰਨਾਮਾ ਜਿਹੜਾ ਕੀਤਾ ਹੈ, ਸਜ਼ਾ ਦਿੱਤੀ ਹੈ, ਹੁਣ ਉਹਨਾਂ ਨੂੰ ਕਾਨੂੰਨੀ ਸਹਾਇਤਾ ਦੀ ਵੀ ਲੋੜ ਪਊਗੀ। ਕੀ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਖੜੇਗੀ ਜਾਂ ਇਹ ਮਸਲਾ ਜਿਹੜਾ SGPC ਦੇ ਅੰਡਰ ਜਾਏਗਾ? ਨਹੀਂ, ਮੈਂ ਸਮਝਦਾ ਕਿ ਕਾਨੂੰਨੀ ਸਹਾਇਤਾ ਦੀ ਲੋੜ ਹੀ ਨਹੀਂ। ਜਿਹੜਾ ਸੰਗਤ ਦਾ ਇਕੱਠ ਆ, ਜੀ। ਉਹਦੇ 'ਚ ਤੁਸੀਂ ਕਿਹਨੂੰ ਜ਼ਿੰਮੇਵਾਰ ਕਹੋਗੇ? ਕਿਉਂਕਿ ਇੱਕ ਸਿੰਘ ਠੀਕ ਆ, ਸਾਹਿਬ ਬਿਆਨ ਸਰਕਾਰ ਦੇ ਰਹੇ ਨੇ ਨੇ ਕਿ ਉਹਨਾਂ ਨੂੰ ਮੈਂ ਮਾਰਿਆ ਗਿਆ। ਹੋ ਸਕਦਾ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਵੀ ਕਰ ਸਕਦੀ ਹੈ। ਇੱਕ ਸਿੰਘ ਸਾਹਿਬ ਦਾ ਬਿਆਨ ਵੀ ਆ ਰਿਹਾ ਕਿ ਉਹਨਾਂ ਨੂੰ ਮੈਂ ਮਾਰਿਆ, ਕੜੇ ਇਸ ਤਰ੍ਹਾਂ ਉਹਨਾਂ ਦੀਆਂ 2 ਉਂਗਲਾਂ ਮੈਂ ਤੋੜੀਆਂ ਨੇ। ਇੱਕ ਸਿੰਘ ਸਾਹਿਬ ਦਾ ਬਿਆਨ ਆ ਰਿਹਾ ਜੀ। ਸਰਕਾਰ ਦੀ ਜਿਹੜੀ ਹੈ ਨਾ, ਸਰਕਾਰ ਦੀ ਵੀ ਮੈਂ ਤਾਂ ਸਮਝਦਾ ਨਲਾਇਕੀ ਹੋਊਗੀ ਜੀ। ਕਿ ਇਹੋ ਜੀ ਥਾਂ ਦੇ ਉੱਤੇ ਜਿਹੜਾ ਬੇਅਦਬੀ ਕਰਨ ਵਾਲਾ ਬੰਦਾ, ਉਹਦੇ ਵਾਸਤੇ ਵੀ ਜੇ ਸਰਕਾਰ ਸਿੰਘਾਂ ਨੂੰ ਗ੍ਰਿਫਤਾਰ ਕਰੇ, ਸਿੱਖਾਂ ਨੂੰ। ਬਾਕੀ ਅਸੀਂ ਸਿੱਖਾਂ ਦੇ ਨਾਲ ਖੜੇ ਆ। ਮੈਂ ਤਾਂ ਸ਼ਲਾਘਾ ਵੀ ਕਰਦਾ, ਸਨਮਾਨ ਵੀ ਕਰਦਾ ਉਹਨਾਂ ਦਾ ਕਿ ਜਿਨ੍ਹਾਂ ਮੌਕੇ ਤੇ ਜਿਹੜਾ ਸੀ ਘਟਨਾ ਨੂੰ ਅੰਜਾਮ ਦਿੱਤਾ, ਬੇਅਦਬੀ ਦੇ ਦੋਸ਼ੀ ਨੂੰ। ਬਾਕੀ ਸਰਕਾਰ ਨੂੰ ਵੀ ਇਹ ਪੱਲਾ ਵੇਖਣਾ, ਆਪਣਾ ਪਾਸਾ ਦੇਖਣਾ ਚਾਹੀਦਾ। ਜੇ ਸਰਕਾਰ ਬੇਕਸੂਰਾਂ ਦੇ ਉੱਪਰ, ਕਿਉਂਕਿ ਉੱਥੇ ਐਡਾ ਵੱਡਾ ਇਕੱਠ ਸੀਗਾ,
ਜੀ ਹੁਣ ਜੇ ਕਿਸੇ ਨੇ ਕਹਿ ਦਿੱਤਾ, ਕਹਿਣ ਦੇ ਨਾਲ ਤਾਂ ਇਹ ਗੱਲ ਨਹੀਂ ਨਾ ਕਿ ਇਹਨੇ ਉਹਨੂੰ ਮਾਰਿਆ ਜਾਂ ਇਹਨੇ ਨਹੀਂ ਮਾਰਿਆ, ਹਨਾ। ਹੂੰ ਤੇ ਇਸ ਕਾਰਨ ਕਰਕੇ ਇਹੋ ਜੀ ਗੱਲ, ਠੀਕ ਆ ਪਰਚਾ ਦਰਜ ਕਰਨਾ ਕਾਨੂੰਨੀ ਕਾਰਵਾਈ ਆ, ਪਰਚਾ ਦਰਜ ਕਰ ਦੋ, ਅਣਪਛਾਤਿਆਂ ਦੇ ਪਰਚਾ ਦਰਜ ਹੋ ਜਾਂਦਾ, ਉਹਦੇ ਤੇ ਕਿਹੜੀ ਕੋਈ ਗਾਂਹ ਗੱਲ ਕਾਰਵਾਈ ਚੱਲਣੀ, ਕਿਉਂਕਿ ਇਹ ਤਾਂ ਖੁਦ ਹੀ ਸਰਕਾਰ ਨੂੰ ਸੋਚਣਾ ਚਾਹੀਦਾ ਹੂੰ ਕਿ ਜਦੋਂ ਦਰਬਾਰ ਸਾਹਿਬ ਦੇ ਵਿੱਚ ਹੀ ਵੜ ਕੇ ਬੰਦੇ ਨੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਫਿਰ ਸੰਗਤ ਦੇ ਵੱਲੋਂ ਜਿਹੜਾ, ਕਿਉਂਕਿ ਅਣਖ ਤੇ ਗੈਰਤ ਜਿਹੜੀ ਆ ਉਹ ਇਸ ਹੂੰ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਉਹਨੂੰ ਜਿਹੜਾ ਹੈ ਅੱਖਾਂ ਦੇ ਸਾਹਮਣੇ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰੇ ਤੇ ਉਹਨੂੰ ਜਿਹੜਾ ਸੀਗਾ ਉਹ ਸਹਾਰਿਆ ਜਾਵੇ। ਇਹ ਜਿਹੜਾ ਸੰਗਤ ਨੇ ਫੈਸਲਾ ਲਿਆ ਬਿਲਕੁਲ ਦਰੁਸਤ ਆ। ਸਰਕਾਰ ਨੂੰ ਇਹ ਪਾਸੇ ਸੋਚਣਾ ਚਾਹੀਦਾ ਤੇ ਨਾ ਹੀ ਇਸ ਤਰ੍ਹਾਂ ਦਾ ਕਦਮ ਸਰਕਾਰ ਨੂੰ ਉਠਾਉਣਾ ਚਾਹੀਦਾ। ਭਾਈ ਸਾਹਿਬ ਬਿਲਕੁਲ ਆਖਰੀ ਸਵਾਲ ਆ ਕਿ ਅਕਸਰ ਦੇਖਣ ਦੇ ਵਿੱਚ ਆਇਆ ਕਿ ਕੁਝ ਪੈਸਿਆਂ ਦੀ ਖਾਤਰ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਦੋਸ਼ੀਆਂ ਵੱਲੋਂ। ਜੇਕਰ ਕੋਈ ਏਦਾਂ ਦੀ ਮਨਸ਼ਾ ਰੱਖਣ ਵਾਲਾ ਦੋਸ਼ੀ ਤੁਹਾਡੀ ਇੰਟਰਵਿਊ ਸੁਣਨਾ ਚਾਹੁੰਦਾ ਤਾਂ ਉਹਨਾਂ ਨੂੰ, ਮਨਸ਼ਾ ਰੱਖਣ ਵਾਲਿਆਂ ਨੂੰ, ਭਾਈ ਬਲਜੀਤ ਸਿੰਘ ਦਾਦੂਵਾਲ ਦਾ ਕੀ ਸੁਨੇਹਾ? ਦੇਖੋ, ਇਹ ਸੰਦੇਸ਼ ਤਾਂ ਉਹਨਾਂ ਨੂੰ ਮਿਲ ਹੀ ਗਿਆ ਜਿਹੜਾ ਕੱਲ ਵਾਲੀ ਘਟਨਾ ਦਾ, ਚਾਹੇ ਕੁਝ ਪੈਸੇ ਚਾਹੇ ਬਹੁਤੇ ਪੈਸੇ ਆ, ਜਿਹਨੂੰ ਜਾਣ ਨਹੀਂ ਲੋੜੀਦੀ, ਜਿਹਨੂੰ ਆਪਣੇ ਮਤਲਬ ਜੀਵਨ ਨਾਲ ਪਿਆਰ ਨਹੀਂ, ਉਹ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਵੇ। ਤਾਂ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ, ਕਿਉਂ ਭੰਗ ਦੇ ਭਾੜੇ ਆਪਣੀ ਜਾਨ ਗਵਾਉਂਦੇ ਆ। ਕੀਮਤੀ ਮਨੁੱਖਾ ਜਨਮ ਮਿਲਿਆ, ਇਹਨੂੰ ਪੁੰਨ ਦਾਨ ਸੇਵਾ ਸਿਮਰਨ ਕਰਕੇ ਧਰਮ ਦੀ ਕਿਰਤ ਕਰਦੇ, ਨਾਮ ਜਪਦੇ, ਵੰਡ ਛਕਦੇ ਬਤੀਤ ਕਰਨਾ ਚਾਹੀਦਾ, ਨਾ ਕਿ ਕਿਸੇ ਦੀਆਂ ਗੱਲਾਂ ਚ ਆ ਕੇ ਜਾਂ ਕਿਸੇ ਦੇ ਲਾਲਚ ਚ ਆ ਕੇ ਇਹੋ ਜਿਹਾ ਕੰਮ ਜਿਹੜਾ ਕਰਨਾ ਚਾਹੀਦਾ। ਨਹੀਂ ਤਾਂ ਰਿਜ਼ਲਟ ਉਹਨਾਂ ਨੇ ਦੇਖ ਹੀ ਲਿਆ ਵੀ ਖਾਲਸੇ ਹੁਣ ਜਿਹੜੇ ਆ ਘੱਟ ਨਹੀਂ ਕਰਨਗੇ, ਅਣਖ ਤੇ ਗੈਰਤ ਜਿੰਦਾ ਵਾ। ਉਹਨਾਂ ਨੂੰ ਇਹੋ ਜਿਹੀਆਂ ਘਟਨਾ ਤੋਂ ਤੌਬਾ ਕਰਨੀ ਚਾਹੀਦੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ, ਆਪਣਾ ਕੀਮਤੀ ਸਮਾਂ ਦਿੱਤਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।